जी आਇਆਂ ਨੂੰ ਪਿਆਰੇ ਵਿਦਿਆਰਥੀਓ। ਪੰਜਾਬ ਸਟੇਟ ਐਜੂਕੇਸ਼ਨ ਬੋਰਡ ਦੀ 7ਵੀਂ ਜਮਾਤ ਦੀ ਅੰਗਰੇਜ਼ੀ ਦੀ ਕਿਤਾਬ ਮਾਈ ਇੰਗਲਿਸ਼ ਕੰਪੇਨੀਅਨ ਉਸਦਾ ਲੈਸਨ ਨੰਬਰ 9 ਆ ਟ੍ਰੈਜਰ ਹੰਟ। ਟ੍ਰੈਜਰ ਹੁੰਦਾ ਖਜ਼ਾਨਾ ਤੇ ਹੰਟ ਹੁੰਦਾ ਸ਼ਿਕਾਰ ਜਾਂ ਭਾਲ, ਅਰਥਾਤ ਇੱਕ ਖਜ਼ਾਨੇ ਦੀ ਭਾਲ ਦੀ ਜਿਹੜੀ ਜੋ ਮੁਹਿੰਮ ਹੈ ਉਹਦੇ ਬਾਰੇ ਇਹ ਲੈਸਨ ਹੈ, ਕਹਾਣੀ ਹੈ। ਸੋ ਇਸ ਲੈਸਨ ਦੀ ਅਸੀਂ ਰੀਡਿੰਗ ਕਰਾਂਗੇ, ਇਹਨੂੰ ਪੜ੍ਹਾਂਗੇ। ਤੁਸੀਂ ਧਿਆਨ ਦੇ ਨਾਲ ਸ਼ਬਦਾਂ ਦੇ ਉਚਾਰਨ ਨੂੰ ਸੁਣਨਾ ਹੈ ਐਂਡ ਟਰਾਂਸਲੇਸ਼ਨ ਤੇ ਉਹਦਾ ਤਰਜਮਾ ਕਰਾਂਗੇ, ਉਹਦੇ ਅਰਥ ਕਰਕੇ ਤੁਹਾਨੂੰ ਮੈਂ ਦੱਸਾਂਗਾ। ਇਸੇ ਚੈਨਲ ਦੇ ਉੱਤੇ ਤੁਹਾਡੀ 7th ਕਲਾਸ ਦੀ ਇੱਕ ਹੋਰ ਪਲੇਲਿਸਟ ਹੈ ਜਿਸ ਦਾ ਨਾਮ ਹੈ 7th ਮੈਥ, ਜਿਹਦੇ ਵਿੱਚ ਤੁਹਾਡੇ ਬੱਚੋਂ ਮੈਥ ਦੇ ਚੈਪਟਰਸ ਨੂੰ ਸਾਰਾ ਸਮਝਾ ਕੇ ਤੇ ਉਹਦੀ ਐਕਸਰਸਾਈਜ਼ ਨੂੰ ਹੱਲ ਕਰਕੇ ਵੀਡੀਓ ਬਣਾ ਕੇ ਪਾਏ ਜਾ ਰਹੇ ਨੇ। ਸੋ ਤੁਸੀਂ ਮੈਥਸ ਦੇ ਸਵਾਲ ਵੀ ਸਾਰੇ ਸਮਝ ਉਹ 'ਚ ਵੀਡੀਓ ਦੇਖ ਕੇ ਸਮਝ ਸਕਦੇ ਹੋ। ਸੋ ਆਓ ਸ਼ੁਰੂ ਕਰੀਏ ਇਹ ਵਾਲਾ ਲੈਸਨ। वन डे एक दिन सागर एस कैपिटल ए प्रॉपर नाउन है, अर्थात सागर मुंडे का नाम है। वन डे एक दिन सागर वेंट मैंने गया टू आ लाइब्रेरी, एक लाइब्रेरी विच गया। देयर उत्थे अर्थात लाइब्रेरी विच। ही फाउंड उन्हें लभ्या एन एंशियंट बुक, एक पुरातन किताब नूं लभ्या। ही फाउंड उन्होंने मिली, लभी अर्थात उन्होंने एक मिली, ਉਹਦੇ हथ लगी। एंशियंट ਹੁੰਦੇ ਉਹਨੇ बहुत पुरानी किताब लगी। ही फ्लिप्ड थ्रू दी पेजिस, फ्लिप थ्रू द पेजिस ਹੁੰਦਾ ਉਹਨੇ ਵਰਕਿਆਂ ਨੂੰ ਪਲਟਿਆ, ਉਹਦੇ ਪੰਨਿਆਂ ਨੂੰ ਪਲਟਿਆ। ਉਹਨੂੰ ਕਹਿੰਦੇ ਨੇ ਫਲਿਪ ਥਰੂ ਦੀ ਪੇਜਿਸ। ਜਿੱਦਾਂ ਮੈਂ ਕਹਾਂ ਹੀ ਇਜ਼ ਫਲਿਪਿੰਗ ਥਰੂ ਦੀ ਨਿਊਜ਼ਪੇਪਰ, ਅਰਥਾਤ ਉਹ ਅਖਬਾਰ ਦੇ ਪੰਨਿਆਂ ਨੂੰ ਪਲਟਦਾ ਪਿਆ ਹੈ। ਸੋ ਹੀ ਫਲਿਪਡ ਥਰੂ ਦੀ ਪੇਜਿਸ ਆਫ ਦੀ ਬੁੱਕ, ਉਹਨੇ ਕਿਤਾਬ ਦੇ ਪੰਨਿਆਂ ਨੂੰ ਪਲਟਿਆ। ਇਨ ਦੀ ਬੁੱਕ ਕਿਤਾਬ ਦੇ ਵਿੱਚ ਹੀ ਸੌ ਉਹਨੇ ਦੇਖਿਆ ਆ ਬਿਗ ਸ਼ੀਟ, ਇੱਕ ਵੱਡੀ ਸ਼ੀਟ ਦੇਖੀ, ਵੱਡਾ ਚਾਰਟ ਦੇਖਿਆ ਜਿਹੜਾ ਕਿ ਫੋਲਡਡ ਮੁੜਿਆ ਹੋਇਆ ਸੀਗਾ ਅਤੇ ਤਹਿ ਲੱਗੀ ਹੋਈ ਸੀ ਨੀਟਲੀ, ਬੜੀ ਸਫਾਈ ਦੇ ਨਾਲ, ਮਤਲਬ ਕਿ ਫੋਲਡ ਕਰਕੇ ਮੋੜ ਕੇ ਤਹਿ ਲਾ ਕੇ ਉਹ ਕਿਤਾਬ ਦੇ ਵਿੱਚ ਬੜੇ ਸਫਾਈ ਨਾਲ ਰੱਖਿਆ ਹੋਇਆ ਸੀ ਨੀਟਲੀ। ਹੀ ਓਪਨ ਦਾ ਸ਼ੀਟ, ਉਹਨੇ ਉਹ ਸ਼ੀਟ ਨੂੰ ਖੋਲ੍ਹਿਆ ਕਿਉਂਕਿ ਮੁੜੀ ਹੋਈ ਸੀਗੀ, ਫੋਲਡ ਕਰਕੇ ਰੱਖੀ ਹੋਈ ਸੀ। ਉਹਨੇ ਉਹਦੇ ਮੋੜ ਜਿਹੜੇ ਸੀਗੇ ਉਹਨੂੰ ਤਹਿ ਨੂੰ ਖੋਲ੍ਹਿਆ। He opened the sheet and saw, देखा that कि it was a treasure map, ਉਹ ਤੇ ਇੱਕ ਖਜ਼ਾਨੇ ਦਾ ਨਕਸ਼ਾ ਸੀ। ਉਹ ਇੱਕਦਮ ਐਕਸਾਈਟ ਹੋ ਗਿਆ। ਦੇਖੋ ਇਹਨੂੰ ਕਹਿੰਦੇ ਨੇ ਐਕਸਕਲੇਮੇਸ਼ਨ ਮਾਰਕ, ਇਹਨੂੰ ਕਹਿੰਦੇ ਨੇ ਇੰਟਰਜੈਕਸ਼ਨ। ਹੁर्रे ਕਹਿੰਦਾ ਉਹ ਬੱਲੇ, ਮਤਲਬ ਕਿ ਇੱਕਦਮ ਖੁਸ਼ ਹੋ ਗਿਆ, ਐਕਸਾਈਟ ਹੋ ਗਿਆ। I am ਇਹ ਅਪੋਸਟ੍ਰੋਫੀ ਹੈ, ਇਹਨੂੰ ਕਹਿੰਦੇ ਨੇ ਕੰਟਰੈਕਸ਼ਨ। ਕੰਟਰੈਕਸ਼ਨ ਮਾਨੇ ਸੰਖੇਪ ਰੂਪ। ਕਿਹਦਾ ਸੰਖੇਪ ਰੂਪ? I am ਦਾ। ਸੋ ਜੇ ਮੈਂ ਕੌਮਾ ਹਟਾ ਦੇਵਾਂ ਤੇ ਇਹ ਬਣ ਜਾਏਗਾ ਆਈ ਐਮ ਗੋਇੰਗ ਟੂ, ਮੈਂ ਜਾ ਰਿਹਾ ਹਾਂ ਕੀ ਕਰਨ? ਟੂ ਫਾਈਂਡ, ਲੱਭਣ, ਦਿਸ ਟ੍ਰੈਜਰ, ਇਹ ਖਜ਼ਾਨੇ ਨੂੰ। ਮੈਂ ਇਸ ਖਜ਼ਾਨੇ ਨੂੰ ਲੱਭਣ ਜਾ ਰਿਹਾ ਹਾਂ। ਐਂਡ ਹੈਵ ਸਮ ਫਨ, ਤੇ ਨਾਲ ਮੈਂ ਕੋਈ ਇੱਦਾਂ ਮਸਤੀ ਕਰਾਂਗਾ। ਇਹ ਮੇਰੇ ਵਾਸਤੇ ਬੜੀ ਮਸਤੀ ਵਾਲੀ ਗੱਲ ਹੋਏਗੀ, ਇਹ ਬੜੀ ਰੋਮਾਂਚਕ ਗੱਲ ਹੋਏਗੀ ਕਿ ਮੈਂ ਖਜ਼ਾਨਾ ਲੱਭਣ ਜਾ ਰਿਹਾ। ਹੀ ਸੈਡ ਟੂ ਹਿਮਸੈਲਫ, ਉਹਨੇ ਆਪਣੇ ਆਪ ਨਾਲ ਵਿਚਾਰ ਕੀਤੀ, ਉਹਨੇ ਇਹ ਗੱਲ ਆਪਣੇ ਆਪ ਨੂੰ ਕਹੀ। ਸਾਗਰ ਸੈਟ ਆਫ, ਸੈਟ ਆਫ ਹੁੰਦਾ ਹੈ ਸ਼ੁਰੂ ਕਰਨਾ, ਕਿਸੇ ਪਾਸੇ ਨੂੰ ਤੁਰ ਪੈਣਾ, ਕੋਈ ਯਾਤਰਾ, ਕੋਈ ਮੁਹਿੰਮ, ਕੋਈ ਸਫ਼ਰ ਨੂੰ ਸ਼ੁਰੂ ਕਰ ਦੇਣਾ। ਹੀ ਸੈਟ ਆਫ ਫॉर ਦੀ ਟ੍ਰੈਜਰ ਹੰਟ, ਉਹ ਜਿਹੜੇ ਖਜ਼ਾਨੇ ਦੀ ਭਾਲ ਸੀ ਉਹਦੇ ਵਾਸਤੇ ਉਹ ਤੁਰ ਪਿਆ। ਹੀ ਵਾਕਡ ਐਂਡ ਵਾਕਡ, ਉਹ ਤੁਰੀ ਗਿਆ ਅਤੇ ਤੁਰੀ ਗਿਆ। ਐਂਡ ਫਾਈਨਲੀ, ਅਤੇ ਓੜਕ, ਅਤੇ ਅਖੀਰ ਨੂੰ, ਅਤੇ ਅੰਤ ਨੂੰ, ਰੀਚਡ ਆ ਫੋਰੈਸਟ, ਇੱਕ ਜੰਗਲ ਵਿੱਚ ਪਹੁੰਚਿਆ। ਇਨ ਦੀ ਫੋਰੈਸਟ, ਜੰਗਲ ਵਿੱਚ, ਉਸ ਜੰਗਲ ਵਿੱਚ, ਇਨ ਦੀ ਫੋਰੈਸਟ ਹੀ ਮੈਟ ਅ ਲਾਇਨ, ਮੀਟ ਮੈਨੇ ਮਿਲਣਾ, ਮੈਟ ਮੈਨੇ ਮਿਲਿਆ, ਆ ਲਾਇਨ ਮੈਨੇ ਉਹਨੂੰ ਇੱਕ ਸ਼ੇਰ ਮਿਲਿਆ। ਫਿਰ ਇਹ ਇਨਵਰਟਿਡ ਕੌਮ ਆ ਗਿਆ, ਹੁਣ ਗੱਲ ਕਰ ਰਿਹਾ ਹੈ। ਕਹਿੰਦੇ ਯੂ ਆਰ ਸਟਰੋਂਗ ਐਂਡ ਬਰੇਵ, ਸਟਰੋਂਗ ਮੈਨੇ ਤਗੜਾ, ਬਰੇਵ ਮੈਨੇ ਬਹਾਦੁਰ। ਕਹਿੰਦੇ ਯੂ ਆਰ ਸਟਰੋਂਗ ਐਂਡ ਬਰੇਵ, ਤੂੰ ਤਗੜਾ ਅਤੇ ਬਹਾਦੁਰ ਹੈ। ਆਈ ਐਮ ਗੋਇੰਗ ਔਨ ਅ ਟ੍ਰੈਜਰ ਹੰਟ, ਮੈਂ ਇੱਕ ਖਜ਼ਾਨੇ ਦੀ ਭਾਲ ਵਿੱਚ ਜਾ ਰਿਹਾ ਹਾਂ। ਵਿਲ ਯੂ ਕਮ ਵਿਦ ਮੀ, ਕੀ ਤੂੰ ਮੇਰੇ ਨਾਲ ਆਏਗਾ? ਇਹ ਇਨਵਰਟਿਡ ਕੌਮਾ ਸਮਾਪਤ ਹੋ ਗਿਆ। ਇਹ ਗੱਲ ਕਿਹਨੇ ਕਹੀ? ਸੈਡ ਸਾਗਰ ਟੂ ਦੀ ਲਾਇਨ, ਸਾਗਰ ਨੇ ਇਹ ਗੱਲ ਸ਼ੇਰ ਨੂੰ ਕਹੀ। ਦੀ ਲਾਇਨ ਐਗਰੀਡ, ਸ਼ੇਰ ਸਹਿਮਤ ਹੋ ਗਿਆ। ਕਾਹਦੇ ਲਈ? ਟੂ ਗੋ ਵਿਦ ਹਿਮ, ਉਹਦੇ ਨਾਲ ਜਾਣ ਲਈ ਸਹਿਮਤ ਹੋ ਗਿਆ। ਦੇ ਬੋਥ, ਉਹ ਦੋਨੋਂ, ਵੈਂਟ ਇਨਟੂ ਦੀ ਫੋਰੈਸਟ, ਹੁਣ ਉਹ ਜੰਗਲ ਵਿੱਚ ਵੜੇ। ਦੀ ਫੋਰੈਸਟ ਵਾਜ਼ ਡੈਂਸ, ਡੈਂਸ ਮੈਨੇ ਸੰਘਣਾ, ਐਂਡ ਡਾਰਕ, ਡਾਰਕ ਮੈਨੇ ਸਿਆਹ, ਕਾਲਾ ਸਿਆਹ ਸੀਗਾ।
ਜਿਹੜਾ ਜੰਗਲ ਸੀਗਾ ਉਹ ਸੰਘਣਾ ਸੀਗਾ ਤੇ ਸਿਆਹ ਸੀਗਾ। ਸਾਗਰ ਵਾਸ ਸਕੇਅਰਡ, ਸਾਗਰ ਡਰ ਗਿਆ, ਸਾਗਰ ਡਰਿਆ ਹੋਇਆ ਸੀ। ਬਟ ਦੇ ਕ੍ਰੋਸਡ ਦੀ ਫੋਰੈਸਟ ਈਜ਼ੀਲੀ, ਪਰ ਉਹਨਾਂ ਨੇ ਕ੍ਰੋਸ ਦਾ ਫੋਰੈਸਟ ਮੈਨੇ ਜੰਗਲ ਪਾਰ ਕਰ ਲਿਆ, ਈਜ਼ੀਲੀ ਮੈਨੇ ਸੌਖੇ ਹੀ, ਸਹਿਜੇ ਹੀ, ਬਿਕੋਜ਼ ਕਿਉਂਕਿ ਦੀ ਲਾਇਨ ਵਾਸ ਬਾਏ ਹਿਸ ਸਾਈਡ, ਕਿਉਂਕਿ ਉਹਦੇ ਨਾਲ ਸ਼ੇਰ ਸੀਗਾ, ਸ਼ੇਰ ਉਹਦੇ ਵੱਲ ਸੀਗਾ, ਸ਼ੇਰ ਉਹਦੇ ਨਾਲ ਸੀਗਾ। ਠੀਕ ਹੈ, ਇਸ ਕਰਕੇ ਉਹਨਾਂ ਨੇ ਸਹਿਜੇ ਹੀ ਜੰਗਲ ਪਾਰ ਕਰ ਲਿਆ ਤੇ ਉਹਨੂੰ ਸਾਗਰ ਨੂੰ ਕੋਈ ਮਤਲਬ ਕਿ ਮੁਸ਼ਕਿਲ ਨਹੀਂ ਆਈ, ਕਿਉਂਕਿ ਜੰਗਲ ਦਾ ਰਾਜਾ ਉਹਦੇ ਨਾਲ ਸੀ। ਦੈਨ ਦੀ ਟੂ ਆਫ them, ਫਿਰ ਉਹ ਦੋਨਾਂ ਨੇ, ਫਿਰ ਉਹ ਦੋਨੋਂ, the two of them reached a mountain, ਇੱਕ ਪਹਾੜ ਤੇ ਪਹੁੰਚੇ। there they met an eagle, ਉੱਥੇ ਉਹਨਾਂ ਨੂੰ ਇੱਕ ਬਾਜ ਮਿਲਿਆ, ਬਾਜ। you have excellent, ਹੁਣ ਫਿਰ ਇਨਵਰਟਿਡ ਕੋਮਾ ਹੋ ਗਿਆ, ਹੁਣ ਗੱਲ ਕਰ ਰਿਹਾ ਉਹਦੇ ਨਾਲ ਸਾਗਰ। you have excellent eyesight, eyesight ਹੁੰਦੀ ਨਿਗਾਹ, excellent ਮੈਨੂੰ ਹੁੰਦੀ ਉੱਤਮ, ਕਮਾਲ ਦੀ। ਕਹਿੰਦੇ ਭਾਈ ਬਾਜ ਭਾਜੀ ਤੁਹਾਡੀ ਨਿਗਾਹ ਬੜੀ ਕਮਾਲ ਦੀ ਹੈ। and you can alert us, alert ਹੁੰਦਾ ਹੈ ਤੂੰ ਸਾਨੂੰ ਸੁਚੇਤ ਕਰ ਸਕਦਾ ਹੈ, ਸਾਵਧਾਨ ਕਰ ਸਕਦਾ ਹੈ, to dangers, ਖਤਰਿਆਂ ਦੇ ਪ੍ਰਤੀ। we are looking for treasure, ਅਸੀਂ ਇੱਕ ਖਜ਼ਾਨਾ ਲੱਭ ਰਹੇ ਹਾਂ। will you come with us, ਕੀ ਤੂੰ ਸਾਡੇ ਨਾਲ ਆਏਗਾ? ਇਨਵਰਟਿਡ ਕੋਮਾ ਖਤਮ ਹੋ ਗਿਆ। said ਸਾਗਰ to the eagle, ਜਿੱਦਾਂ ਉਹਨੇ ਸ਼ੇਰ ਨੂੰ ਆਪਣੀ ਗੱਲ ਦੱਸੀ ਸੀ, ਇੱਦਾਂ ਹੁਣ ਉਹਨੇ ਬਾਜ ਨੂੰ ਦੱਸੀ। ਸ਼ੇਰ ਨੂੰ ਕਿਹਾ ਤੂੰ ਬਹਾਦੁਰ ਹੈ ਤੇ ਤਗੜਾ ਹੈ, ਤੇ ਈਗਲ ਨੂੰ ਕਿਹਾ ਵੀ ਤੇਰੀ ਨਿਗਾਹ ਬੜੀ ਤੇਜ਼ ਹੈ ਤੇ ਤੂੰ ਸਾਨੂੰ ਖਤਰਿਆਂ ਦੇ ਪ੍ਰਤੀ ਜਾਗਰੂਕ, ਚੌਕੰਨਾ, ਸਾਵਧਾਨ ਕਰ ਸਕਦਾ ਹੈ, ਸੁਚੇਤ ਕਰ ਸਕਦਾ ਹੈ, ਤੇ ਅਸੀਂ ਖਜ਼ਾਨੇ ਦੀ ਭਾਲ ਵਿੱਚ ਹਾਂ, ਤੂੰ ਸਾਡੇ ਨਾਲ ਆਏਗਾ। ਸੈਡ ਸਾਗਰ ਟੂ ਦੀ ਈਗਲ, ਉਹਨੇ ਈਗਲ ਨੂੰ ਕਿਹਾ, ਬਾਜ ਨੂੰ ਕਿਹਾ। ਦੀ ਈਗਲ ਐਗਰੀਡ, ਐਗਰੀ ਹੁੰਦਾ ਸਹਿਮਤ ਹੋਣਾ, ਈਗਲ ਜਿਹੜਾ ਸੀ ਮੰਨ ਗਿਆ, ਸਹਿਮਤ ਹੋ ਗਿਆ। ਐਂਡ ਜੁਆਇਨ ਦਾ ਟੂ, ਅਤੇ ਦੋਨਾਂ ਨਾਲ ਰਲ ਗਿਆ। ਦੀ ਮਾਊਂਟੇਨਸ ਵਰ ਟਾਲ, ਪਹਾੜ ਜਿਹੜੇ ਸੀਗੇ ਉਹ ਬੜੇ ਲੰਬੇ ਉੱਚੇ ਸੀਗੇ। ਐਂਡ ਕਰੈਗੀ, ਕਰੈਗੀ ਮੈਨੇ ਖੁਰਦਰੇ, ਅਰਥਾਤ ਕੁਝ ਸੂਲਾਂ ਵੀ ਸੀਆਂ, ਟੋਏ ਟਿੱਬੇ ਸੀਗੇ, ਖਿਰਬੜਾ ਸੀਗਾ, ਬੜੀ ਸਿੱਧੇ ਪੱਧਰੇ ਨਹੀਂ ਸੀਗੇ, ਖਿਰਬੜੇ ਸੀਗੇ। ਦੀ ਲਾਇਨ ਸਲਿਪਡ ਔਨ ਦੀ ਮਾਊਂਟੇਨ, ਜਿਹੜਾ ਸ਼ੇਰ ਸੀ ਉਹ ਇੱਕ ਉੱਥੇ ਪਹਾੜ ਤੇ ਤਿਲਕਿਆ। ਬਟ ਸਾਗਰ ਕੁਇਕਲੀ, ਪਰ ਸਾਗਰ ਨੇ ਕਾਲੀ ਦਾਣੀ, ਛੇਤੀ ਦਾਣੀ, ਫੁਰਤੀ ਦੇ ਨਾਲ, ਕੁਇਕਲੀ ਕੌਟ ਹਿਮ, ਉਹਨੂੰ ਫੜ ਲਿਆ। ਐਂਡ ਗੇਵ ਹਿਮ ਅ ਹੈਂਡ, ਅਤੇ ਉਹਦੀ ਮਦਦ ਕੀਤੀ। ਹੁਣ ਬੱਚਿਓ ਦੇਖੋ ਮੁਹਾਵਰਾ ਹੈ ਟੂ ਗਿਵ ਸਮਵਨ ਅ ਹੈਂਡ, ਟੂ ਗਿਵ ਸਮਵਨ ਅ ਹੈਂਡ ਦਾ ਮਤਲਬ ਹੁੰਦਾ ਹੈ ਟੂ ਹੈਲਪ ਸਮਵਨ, ਉਹਦੀ ਮਦਦ ਕਰਨੀ। ਅਸੀਂ ਆਪਣੇ ਪੰਜਾਬੀ 'ਚ ਕਹਿੰਦੇ ਹਾਂ ਯਾਰ ਤੂੰ ਵੀ ਕੰਮ 'ਚ ਥੋੜ੍ਹਾ ਹੱਥ ਵਡਾ ਦੇ, ਹੱਥ ਵਡਾ ਦੇ ਮਤਲਬ ਹੁੰਦਾ ਵੀ ਥੋੜ੍ਹਾ ਕੰਮ ਵਿੱਚ ਮਦਦ ਕਰ ਦੇ। ਸੋ ਸਾਗਰ ਨੇ ਕਾਲੀ ਦਾਣੀ ਮਤਲਬ ਫੁਰਤੀ ਦੇ ਨਾਲ, ਕੁਇਕਲੀ, ਛੇਤੀ ਦੀ ਉਹਨੂੰ ਫੜ ਲਿਆ ਅਤੇ ਗੇਵ ਹਿਮ ਅ ਹੈਂਡ, ਉਹਦੀ ਮਦਦ ਕੀਤੀ, ਉਹਨੂੰ ਹੱਥ ਅੱਗੇ ਮੋਹਰੇ ਕੀਤਾ, ਫੜਿਆ, ਕਹਿ ਮੇਰਾ ਹੱਥ ਫੜ ਲੈ। ਦੀ ਲਾਇਨ ਥੈਂਕ ਸਾਗਰ, ਸ਼ੇਰ ਨੇ ਸਾਗਰ ਦਾ ਧੰਨਵਾਦ ਕੀਤਾ। ਹੁਣ ਦੇਖੋ ਸ਼ੇਰ ਸੀਗਾ ਤੇ ਉਹ ਸਹਿਜੇ ਹੀ ਉਹਨੇ ਜੰਗਲ ਪਾਰ ਕਰ ਲਿਆ, ਤੇ ਉੱਥੇ ਹੁਣ ਸ਼ੇਰ ਤਿਲਕਿਆ ਤੇ ਸਾਗਰ ਨੇ ਉਹਨੂੰ ਡਿੱਗਣ ਤੋਂ ਬਚਾ ਲਿਆ। ਵੈਨ ਹੀ ਪੁੱਲਡ ਹਿਮ ਅਪ, ਜਦੋਂ ਉਹਨੇ ਉਹਨੂੰ ਧੂਕੇ, ਸਾਗਰ ਨੇ ਸ਼ੇਰ ਨੂੰ ਉੱਪਰ ਨੂੰ ਖਿੱਚਿਆ ਤੇ ਸ਼ੇਰ ਨੇ ਉਹਦਾ ਧੰਨਵਾਦ ਕੀਤਾ। ਦੀ ਈਗਲ ਵਾਚਡ ਐਵਰੀ ਸਟੈਪ, ਜਿਹੜਾ ਬਾਜ ਸੀਗਾ ਉਹ ਉਹਨਾਂ ਦੇ ਹਰ ਇੱਕ ਕਦਮ ਤੇ, ਹਰ ਇੱਕ ਲਾਂਘ ਜਿਹੜੀ ਪੁੱਟਦੇ ਸੀਗੇ ਉੱਤੇ ਬੜਾ ਨਿਗਾਹ ਰੱਖ ਰਿਹਾ ਸੀਗਾ। ਐ ਦੇ ਟੁਕ ਵਿਦ ਹਿਸ ਸ਼ਾਰਪ ਆਈਜ਼, ਆਪਣੀਆਂ ਬੜੀਆਂ ਤਿੱਖੀਆਂ ਅੱਖਾਂ ਦੇ ਨਾਲ ਆਪਣੀ ਤਿੱਖੀ ਨਜ਼ਰ ਉਹਨਾਂ ਦੇ ਕਦਮਾਂ ਤੇ ਰੱਖ ਰਿਹਾ ਸੀਗਾ, ਜਿਹੜੇ ਵੀ ਕਦਮ ਉਹ ਦੋਨੋਂ ਲੈ ਰਹੇ ਸੀਗੇ, ਤਾਂ ਕਿ ਉਹ ਕਿਤੇ ਗਲਤ ਪਾਸੇ ਕਦਮ ਨਾ ਰੱਖ ਦੇਣ। ਸੂਨ, ਛੇਤੀ ਹੀ, ਦੇ ਰੀਚਡ ਅ ਵੈਲੀ, ਉਹ ਇੱਕ ਘਾਟੀ ਵਿੱਚ ਪਹੁੰਚੇ, ਜਿਹਨੂੰ ਵਾਦੀ ਵੀ ਕਹਿੰਦੇ ਨੇ। ਜਾਂ ਪਹਾੜ ਉੱਚਾ ਹੁੰਦਾ ਤੇ ਵੈਲੀ ਹੁੰਦੀ, ਟੋਆ ਹੁੰਦਾ ਡੂੰਘਾ, ਹਨਾ, ਮਤਲਬ ਕਿ ਪਹਾੜ ਬੜਾ ਵੱਡਾ ਟਿੱਬਾ ਕਹਿ ਲਓ ਤੇ ਵੈਲੀ ਜਿਹੜੀ ਹੈ ਬੜਾ ਵੱਡਾ ਉਹ ਆਪਣਾ ਟੋਆ ਕਹਿ ਲਓ। ਸੋ ਅਸੀਂ ਇਹਨੂੰ ਵੈਲੀ ਨੂੰ ਪੰਜਾਬੀ 'ਚ ਵਾਦੀ ਵੀ ਕਹਿ ਦਿੰਦੇ ਹਾਂ, ਘਾਟੀ ਵੀ ਕਹਿ ਦਿੰਦੇ ਹਾਂ ਤੇ ਦੂਣ ਵੀ ਕਹਿ ਦਿੰਦੇ ਹਾਂ। ਠੀਕ ਹੈ, ਸੋ ਸੂਨ ਦੇ ਰੀਚ ਦਾ ਵੈਲੀ, ਉਹ ਛੇਤੀ ਇੱਕ ਘਾਟੀ 'ਚ, ਇੱਕ ਵਾਦੀ 'ਚ ਪਹੁੰਚੇ। ਦੇਅਰ ਦੇ ਮੈਟ ਅ ਸ਼ੀਪ, ਉੱਥੇ ਉਹਨਾਂ ਨੂੰ ਇੱਕ ਭੇਡ ਮਿਲੀ। ਫਿਰ ਉਹਨੂੰ ਭੇਡ ਨੂੰ ਕੀ ਕਹਿ ਰਿਹਾ, ਫਿਰ ਇਨਵਰਟਿਡ ਕੋਮਾ ਸ਼ੁਰੂ ਹੋ ਗਿਆ। ਵਿਲ ਯੂ ਜੁਆਇਨ ਅਸ ਇਨ ਅ ਟ੍ਰੈਜਰ ਹੰਟ, ਕੀ ਤੂੰ ਸਾਡੇ ਨਾਲ ਇੱਕ ਖਜ਼ਾਨੇ ਦੀ ਭਾਲ ਵਿੱਚ ਰਲੇਂਗੀ, ਸਾਡੇ ਨਾਲ ਸਾਥ ਦੇਂਗੀ। ਐਂਡ ਕੀਪ ਅਸ ਵਾਰਮ, ਅਤੇ ਸਾਨੂੰ ਨਿੱਘਾ ਰੱਖੇਂਗੀ। ਵੈਨ ਇਟ ਇਜ਼ ਕੋਲਡ, ਜਦੋਂ ਠੰਡ ਪਏਗੀ। ਸਾਗਰ ਆਸ ਦਾ ਸ਼ੀਪ, ਕਿਉਂਕਿ ਸਾਨੂੰ ਪਤਾ ਹੈ ਕਿ ਸਾਨੂੰ ਭੇਡਾਂ ਤੋਂ ਉੱਨ ਮਿਲਦੀ ਹੈ। ਦੀ ਸ਼ੀਪ ਐਗਰੀਡ, ਉਹ ਜਿਹੜੀ ਭੇਡ ਸੀ ਉਹ ਮੰਨ ਗਈ, ਸਹਿਮਤ ਹੋ ਗਈ। ਐਂਡ ਜੁਆਇਨਡ ਦੀ ਲਾਇਨ, ਦੀ ਈਗਲ ਐਂਡ ਸਾਗਰ, ਅਤੇ ਉਹਨੇ ਉਸ ਸ਼ੇਰ, ਉਸ ਬਾਜ ਅਤੇ ਸਾਗਰ ਦੇ ਨਾਲ ਜੋੜਮੇਲ ਕਰ ਲਿਆ। ਅ ਕੋਲਡ ਵਿੰਡ, ਕੋਲਡ ਵਿੰਡ ਮੈਨੇ ਕੀ ਹੋਇਆ, ਠੰਡੀ ਸੀਤ ਲਹਿਰ, ਕੋਲਡ ਵਿੰਡ, ਠੰਡੀ ਹਵਾ
swept across the valley। ਪੂਰੀ ਵੈਲੀ ਦੇ ਆਰ ਪਾਰ ਜੋ ਘਾਟੀ ਸੀਗੀ ਉਹਦੇ ਆਰ ਤੋਂ ਪਾਰ ਤੱਕ ਠੰਡੀ ਹਵਾ ਵਗਦੀ ਸੀ। ਸਵੀਪ ਅਕ੍ਰੋਸ ਮੈਨੇ ਆਰ ਤੋਂ ਪਾਰ ਵਗੀ ਤੇਜ਼ੀ ਨਾਲ ਚੱਲਦੀ ਸੀ। ਦੇ ਆਲ ਹਡਲਡ ਅਗੇਂਸਟ ਦਾ ਸ਼ੀਪ, ਉਹ ਸਾਰੇ ਇੱਦਾਂ ਗੁੱਛੂ ਮੁੱਛੂ ਹੋ ਕੇ ਨੇੜੇ ਨੇੜੇ ਹੋ ਕੇ ਜੁੜ ਕੇ ਉਹ ਭੇੜ ਦੇ ਨਾਲ ਜੁੜ ਕੇ ਬੈਠ ਗਏ ਤਾਂ ਕਿ ਉਹਨੂੰ ਨਿੱਘ ਮਿਲੇ। ਸੋ ਦੇ ਆਲ ਹਡਲਡ ਅਗੇਂਸਟ ਦਾ ਸ਼ੀਪ, ਉਹ ਸਾਰੇ ਉਹ ਭੇੜ ਦੇ ਨਾਲ ਚਿੰਬੜ ਕੇ ਇਕੱਠੇ ਹੋ ਕੇ ਗੁੱਛੂ ਮੁੱਛੂ ਹੋ ਕੇ ਬੈਠ ਗਏ। ਹਡਲਟ ਵਗੈਰਾ ਹੁੰਦਾ ਵੀ ਨਾਲ ਜਿੱਦਾਂ ਨਾ ਨਾਲ ਇੱਕੋਦਮ ਅਸੀਂ ਜਿਹੜੇ ਠੰਡ ਹੁੰਦੀ ਅਸੀਂ ਕਿੱਦਾਂ ਜੁੜ ਕੇ ਇੱਕ ਦੂਜੇ ਨਾਲ ਬਹਿ ਜਾਂਦੇ ਹਾਂ ਕਿ ਸਾਨੂੰ ਨਿੱਘ ਮਿਲੇ, ਉਹ ਹੁੰਦਾ ਹਡਲ। ਸੋ ਹਡਲਡ ਅਗੇਂਸਟ ਦਾ ਸ਼ੀਪ ਹੂ ਕੈਪਟ them ਵਾਰਮ ਐਂਡ ਕੋਜ਼ੀ, ਜਿਹਨੇ ਉਹਨਾਂ ਨੂੰ ਨਿੱਘਾ ਰੱਖਿਆ ਅਤੇ ਕੋਜ਼ੀ ਮੈਨੇ ਆਰਾਮ ਦੇ ਰੱਖਿਆ, ਉਹਨਾਂ ਨੂੰ ਆਰਾਮ ਵਿੱਚ ਰੱਖਿਆ ਤੇ ਨਿੱਘਾ ਕਰਕੇ ਰੱਖਿਆ ਭੇੜ ਨੇ। ਦੀ ਫੋਰ ਫਾਈਨਲੀ, ਹੁਣ ਚਾਰ ਜਾਣੇ ਉਹ ਜਿਹੜੇ ਚਾਰ ਹੋ ਗਏ, ਸਾਗਰ, ਲਾਇਨ, ਈਗਲ ਤੇ ਭੇੜ। ਤੇ ਦੀ ਫੋਰ ਫਾਈਨਲੀ ਰੀਚ ਦੀ ਡੈਜ਼ਰਟ। ਚਾਰ ਜਾਣੇ ਫਿਰ ਓੜਕ ਅਖੀਰ ਨੂੰ ਇੱਕ ਮਾਰੂਥਲ ਤੇ ਪਹੁੰਚੇ। ਠੀਕ ਹੈ, ਉਹ ਮਾਰੂਥਲ ਦੇ ਕੋਲ ਪਹੁੰਚ ਗਏ। ਹੁਣ ਵੇਅਰ ਦੇ ਸੌ ਅ ਕੈਮਲ, ਜਿੱਥੇ ਉਹਨਾਂ ਨੇ ਇੱਕ ਊਂਟ ਦੇਖਿਆ। ਹੁਣ ਊਂਟ ਨੂੰ ਕੀ ਕਹਿੰਦੇ ਨੇ, ਉਹ ਸਾਗਰ ਕੀ ਕਹਿੰਦਾ ਊਂਟ ਨੂੰ, ਕਹਿੰਦੇ ਯੂ ਆਰ ਕਾਲਡ ਦੀ ਸ਼ਿਪ ਆਫ ਦੀ ਡੈਜ਼ਰਟ। ਭਾਈ ਊਂਟ ਭਾਜੀ, ਤੁਹਾਨੂੰ ਤੇ ਮਾਰੂਥਲ ਦਾ ਜਹਾਜ਼ ਆਖਿਆ ਜਾਂਦਾ ਹੈ। ਵਿਲ ਯੂ ਜੁਆਇਨ ਅ ਟ੍ਰੈਜਰ ਹੰਟ, ਕੀ ਤੂੰ ਇੱਕ ਖਜ਼ਾਨੇ ਦੀ ਭਾਲ ਵਿੱਚ ਨਾਲ ਸਾਥ ਦੇਂਗਾ, ਰਲੇਗਾ। ਐਂਡ ਹੈਲਪ ਅਸ, ਅਤੇ ਸਾਡੀ ਮਦਦ ਕਰੇਗਾ। ਕਾਹਦੇ ਵਿੱਚ, ਗੈਟ ਅਕ੍ਰੋਸ ਦੀ ਡੈਜ਼ਰਟ, ਇਸ ਮਾਰੂਥਲ ਤੋਂ ਸਾਨੂੰ ਪਾਰ ਲੈ ਜਾਣ ਵਿੱਚ ਸਾਡੀ ਮਦਦ ਕਰੇਗਾ। ਕਿਉਂ ਮਾਰੂਥਲ 'ਚ ਰੇਤਾ ਹੀ ਰੇਤਾ ਹੁੰਦੀ ਹੈ, ਪੀਣ ਨੂੰ ਪਾਣੀ ਨਹੀਂ ਹੁੰਦਾ, ਬੰਦਾ ਤੇ ਉੱਦਾਂ ਹੀ ਤੇਲ ਨਾਲ ਹੀ ਮਰ ਜਾਂਦਾ ਹੈ। ਪਰ ਜਿਹੜਾ ਊਂਟ ਹੈਗਾ ਉਹ ਕਿੰਨੇ ਕਿੰਨੇ ਦਿਨ ਪਾਣੀ ਤੋਂ ਬਿਨਾਂ ਰਹਿ ਲੈਂਦਾ ਤੇ ਬੜੀ ਤੇਜ਼ੀ ਨਾਲ ਉਹ ਦੌੜ ਸਕਦਾ ਹੈ ਇਹ ਮਾਰੂਥਲਾਂ ਦੇ ਵਿੱਚ। ਸਾਗਰ ਆਸ ਦੀ ਕੈਮਲ, ਸਾਗਰ ਨੇ ਊਂਟ ਨੂੰ ਪੁੱਛਿਆ। ਦੀ ਕੈਮਲ ਐਗਰੀਡ, ਉਹ ਊਂਟ ਜਿਹੜਾ ਹੈ ਉਹ ਸਹਿਮਤ ਹੋ ਗਿਆ। ਦੀ ਲਾਇਨ, ਦੀ ਸ਼ੀਪ ਐਂਡ ਸਾਗਰ ਮਾਊਂਟਡ ਦੀ ਕੈਮਲ, ਹੁਣ ਉਹ ਸ਼ੇਰ, ਭੇੜ ਤੇ ਸਾਗਰ ਮਾਊਂਟਨ ਦਾ ਚੜ੍ਹਨਾ, ਸਵਾਰ ਹੁਣ ਸਵਾਰੀ ਸਫ਼ਰ ਵਾਸਤੇ ਚੜ੍ਹਨਾ। ਮਾਊਂਟਡ ਦੀ ਕੈਮਲ ਅਰਥਾਤ ਕੈਮਲ ਦੇ ਉੱਤੇ ਚੜ੍ਹ ਗਏ। ਐਂਡ ਸੈਟ ਆਫ, ਅਤੇ ਸ਼ੁਰੂ ਹੋ ਗਏ, ਸਫ਼ਰ ਤੇ ਸ਼ੁਰੂ ਹੋ ਗਏ। ਹੈਪੀਲੀ, ਖੁਸ਼ੀ ਖੁਸ਼ੀ, ਅਕ੍ਰੋਸ ਦੀ ਵਾਸਟ ਡੈਜ਼ਰਟ, ਅਰਥਾਤ ਉਸ ਮਾਰੂਥਲ ਜਿਹੜਾ ਬੜਾ ਵੱਡਾ ਵਿਸ਼ਾਲ ਮਾਰੂਥਲ ਤੋਂ ਪਾਰ ਹੋਣ ਲਈ ਉਹ ਖੁਸ਼ੀ ਖੁਸ਼ੀ ਉੱਤੇ ਚੜ੍ਹ ਪਏ ਤੇ ਕੰਮ ਆਪਣਾ ਸਫ਼ਰ ਸ਼ੁਰੂ ਕਰਤਾ। ਦੀ ਈਗਲ ਕੈਪਟ ਗਾਈਡਿੰਗ them, ਜਿਹੜਾ ਬਾਜ ਸੀਗਾ ਉੱਤੇ ਉੱਡਦਾ ਹੋਇਆ ਉਹਨਾਂ ਨੂੰ ਸੇਧ ਦਿੰਦਾ ਰਿਹਾ, ਗਾਈਡ ਕਰਦਾ ਰਿਹਾ। ਦੀ ਕੈਮਲ ਬਿਗਨ ਗੈਲੋਪਿੰਗ, ਗੈਲਪ ਹੁੰਦਾ ਬੱਚਿਓ ਜਿੱਦਾਂ ਛਾਲਾ ਮਾਰ ਮਾਰ ਕੇ ਦੌੜਨਾ, ਖਾਸ ਤੌਰ ਤੇ ਜਿੱਦਾਂ ਘੋੜਿਆਂ ਦੀ ਦੌੜ ਨੂੰ ਜਾਂ ਊਂਟਾਂ ਦੀ ਦੌੜ ਨੂੰ, ਜਾਨਵਰਾਂ ਦੀ ਦੌੜ ਨੂੰ ਅਸੀਂ ਗੈਲਪ ਕਹਿ ਦਿੰਦੇ ਹਾਂ, ਅਸੀਂ ਆਪਣੇ ਵਾਸਤੇ ਤੇ ਰਨਿੰਗ ਵਰਤਦੇ ਹਾਂ। ਸੋ ਉੱਚੀ ਛਾਲਾ ਮਾਰ ਮਾਰ ਕੇ ਕੈਮਲ ਜਿਹੜਾ ਹੈ ਉਹਨੇ ਦੌੜਨਾ ਸ਼ੁਰੂ ਕਰ ਦਿੱਤਾ। ਕ੍ਰੋਸਿੰਗ ਦੀ ਡੈਜ਼ਰਟ ਔਨ ਦੀ ਕੈਮਲਸ ਬੈਕ ਵਾਜ਼ ਥ੍ਰਿਲਿੰਗ, ਅਰਥਾਤ ਊਂਟ ਦੀ ਪਿੱਠ ਤੇ ਬੈਠ ਕੇ ਉਸ ਮਾਰੂਥਲ ਨੂੰ ਪਾਰ ਕਰਨਾ ਬੜਾ ਮਜ਼ੇਦਾਰ ਰੋਮਾਂਚਕ ਤਜਰਬਾ ਸੀਗਾ। ਥ੍ਰਿਲਿੰਗ ਬੜਾ ਖੁਸ਼ੀ ਦੇਣ ਵਾਲਾ ਸੀਗਾ। ਫਿਰ ਕੀ ਹੋਇਆ, ਦੀ ਫਾਈਵ, ਹੁਣ ਪੰਜ ਜਣੇ ਜਿਹੜੇ ਸੀਗੇ ਫਾਈਨਲੀ ਰੀਚ ਦੀ ਓਸ਼ਨ, ਹੁਣ ਸਾਗਰ ਤੇ ਪਹੁੰਚੇ, ਸਮੁੰਦਰ ਦੇ ਕੋਲ ਪਹੁੰਚ ਗਏ। ਠੀਕ ਹੈ ਨਾ, ਦੀ ਫਾਈਨਲੀ ਰੀਚ ਦਾ ਓਸ਼ਨ, ਓਸ਼ਨ ਹੈ ਸਮੁੰਦਰ। ਵੇਅਰ ਦੇ ਮੈਟ ਅ ਟਰਟਲ, ਟਰਟਲ ਹੁੰਦਾ ਕੱਛੂ ਕੁੰਮਾ, ਜਿੱਥੇ ਉਹਨਾਂ ਨੂੰ ਕੱਛੂ ਕੁੰਮਾ ਮਿਲਿਆ। ਫਿਰ ਉਹ ਕੱਛੂ ਕੁੰਮੇ ਨੂੰ ਕੀ ਕਿਹਾ, ਕੈਨ ਯੂ ਹੈਲਪ ਅਸ ਟੂ ਕ੍ਰਾਸ ਦੀ ਓਸ਼ਨ, ਕੀ ਤੂੰ ਸਾਡੀ ਇਸ ਸਮੁੰਦਰ ਨੂੰ ਪਾਰ ਕਰਨ ਵਿੱਚ ਮਦਦ ਕਰੇਗਾ। ਵੀ ਆਰ ਔਨ ਅ ਟ੍ਰੈਜਰ ਹੰਟ, ਅਸੀਂ ਇੱਕ ਖਜ਼ਾਨੇ ਦੀ ਭਾਲ ਵਿੱਚ ਹਾਂ। ਸੈਡ ਸਾਗਰ ਟੂ ਦੀ ਟਰਟਲ, ਸਾਗਰ ਨੇ ਕੱਛੂ ਕੁੰਮੇ ਨੂੰ ਕਿਹਾ। ਦੀ ਟਰਟਲ ਐਗਰੀਡ, ਕੱਛੂ ਕੁੰਮਾ ਸਹਿਮਤ ਹੋ ਗਿਆ। ਐਂਡ ਜੁਆਇਨ ਦੀ ਲਾਇਨ, ਦੀ ਈਗਲ, ਦੀ ਸ਼ੀਪ, ਦੀ ਕੈਮਲ ਐਂਡ ਸਾਗਰ, ਤੇ ਉਹਨਾਂ ਦੇ ਨਾਲ ਸ਼ੇਰ ਦੇ ਨਾਲ, ਬਾਜ ਦੇ ਨਾਲ, ਭੇੜ ਦੇ ਨਾਲ, ਊਂਟ ਦੇ ਨਾਲ ਤੇ ਸਾਗਰ ਦੇ ਨਾਲ ਉਹਨਾਂ ਨਾਲ ਜੋੜਮੇਲ ਕਰ ਲਿਆ, ਉਹਨਾਂ ਨਾਲ ਰਲ ਗਿਆ, ਉਹਨਾਂ ਦੇ ਗਰੁੱਪ 'ਚ ਸ਼ਾਮਿਲ ਹੋ ਗਿਆ। ਦੀ ਰਫ ਵੇਵਸ, ਵੇਵਸ ਹੁੰਦੀਆਂ ਲਹਿਰਾਂ, ਰਫ ਮੈਨੇ ਸਖਤ ਜਾਂ ਤੂਫਾਨੀ ਲਹਿਰਾਂ। ਸੋ ਦੀ ਰਫ ਵੇਵਸ ਅਰਥਾਤ ਤੂਫਾਨੀ ਲਹਿਰਾਂ ਆਲਮੋਸਟ ਡਰਾਊਨਡ them, ਡਰਾਊਨ ਹੁੰਦਾ ਡੁਬੋਣਾ ਜਾਂ ਡੁੱਬ ਜਾਣਾ, ਡੁਬੋ ਜਾਣਾ। ਆਲਮੋਸਟ ਡਰਾਊਨਡ them, ਮਤਲਬ ਕਿ ਕਹਿਣ ਵਾਲਾ ਕਿ ਜਿਹੜੀਆਂ ਤੂਫਾਨੀ ਲਹਿਰਾਂ ਸੀ ਉਹਨਾਂ ਨੇ ਤੇ ਜਿੱਦਾਂ ਉਹਨਾਂ ਨੂੰ ਡੁਬੋ ਹੀ ਦਿੱਤਾ ਸੀ। ਬਟ ਪਰ ਦੀ ਟਰਟਲ, ਕੱਛੂ ਕੁੰਮਾ ਸਵੈਮ, ਸਵੈਮ ਮੈਨੇ ਤਰਿਆ, ਸਕਿਲਫੁਲੀ, ਬੜੀ ਹੁਨਰਮੰਦੀ ਦੇ ਨਾਲ, ਬੜੀ ਮੁਹਾਰਤ ਦੇ ਨਾਲ ਉਹ ਤਰਿਆ, ਉਹਨੇ ਤੈਰਿਆ ਬੜੀ ਜ਼ਬਰਦਸਤ। ਐਂਡ ਟੁੱਕ them ਅਕ੍ਰੋਸ ਦੀ ਓਸ਼ਨ, ਅਤੇ ਉਹ ਸਾਰਿਆਂ ਨੂੰ ਸਮੁੰਦਰ ਤੋਂ ਪਾਰ ਲੈ ਗਿਆ। ਦੀ 6 of them, ਉਹ ਜਿਹੜੇ ਹੁਣ 6 ਜਣੇ ਸੀਗੇ
met an owl, owl ਹੁੰਦਾ ਉੱਲੂ, on the other side, ਸਮੁੰਦਰ ਦੇ ਦੂਜੇ ਬੰਨੇ ਪਹੁੰਚ ਕੇ ਉਹਨਾਂ ਨੂੰ ਇੱਕ ਉੱਲੂ ਮਿਲਿਆ। the old owl, ਅਰਥਾਤ ਬਜ਼ੁਰਗ ਉੱਲੂ, spoke, ਬੋਲਿਆ, ਕਿੱਥੋਂ? from the ancient wisdom, wisdom ਹੁੰਦੀ ਸਿਆਣਪ, ancient ਮੈਨੇ ਪੁਰਾਣੀ, ਅਰਥਾਤ ਆਪਣੀ ਉਮਰ ਦੇ ਤਜਰਬੇ ਤੋਂ ਬੋਲਿਆ, ਆਪਣੀ ਉਮਰ ਦੀ ਸਿਆਣਪ ਤੋਂ ਬੋਲਿਆ। ਕਹਿੰਦਾ congratulations, ਵਧਾਈਆਂ, ਵਧਾਈਆਂ ਜੀ ਵਧਾਈਆਂ, you have found the treasure, ਤੁਸੀਂ ਉਹ ਖਜ਼ਾਨਾ ਲੱਭ ਲਿਆ ਹੈ, ਕਿਉਂਕਿ ਦੀ ਟ੍ਰੈਜਰ, ਕਹਿੰਦਾ ਉਹ ਖਜ਼ਾਨਾ ਲੱਭ ਲਿਆ ਹੈ। ਉਹਨੇ ਇੱਦਾਂ ਕਿਹਾ, ਵਧਾਈਆਂ ਦਿੱਤੀਆਂ। ਹੁਣ ਉਹ ਬੋਲਦੇ ਨੇ, ਇਹ ਇੱਥੇ ਇਨਵਰਟਿਡ ਕੋਮਾ ਖਤਮ ਹੋ ਗਿਆ, ਇਹ ਗੱਲ ਉਹਦੀ ਹੈਗੀ ਹੈ ਉੱਲੂ ਦੀ। ਹੁਣ ਦੂਜੀ ਸ਼ੁਰੂ ਹੋਈ, ਕਹਿੰਦੇ ਵੇਅਰ ਇਜ਼ ਇਟ, ਕਿੱਥੇ ਹੈ? ਦੇ ਆਲ ਆਸਕਡ ਇਨ ਸਰਪ੍ਰਾਈਜ਼, ਉਹ ਸਾਰਿਆਂ ਨੇ ਹੈਰਾਨ ਹੋ ਕੇ ਪੁੱਛਿਆ। ਫਿਰ ਕਹਿੰਦੇ, ਫਿਰ ਉਹਨੇ ਜਵਾਬ ਦਿੱਤਾ ਉੱਲੂ ਨੇ, ਫਿਰ ਇਨਵਰਟਿਡ ਕੋਮਾ ਸ਼ੁਰੂ ਹੋ ਗਏ ਨੇ, ਕਹਿੰਦੇ ਟੂਗੈਦਰ, ਕਹਿੰਦੇ ਇਕੱਠਿਆਂ ਨੇ। ਯੂ ਹੈਵ ਕ੍ਰੋਸਡ ਦੀ ਫੋਰੈਸਟ, ਤੁਸੀਂ ਜੰਗਲ ਪਾਰ ਕੀਤਾ। ਕਲਾਈਮਡ ਦੀ ਮਾਊਂਟੇਨਸ, ਤੁਸੀਂ ਪਹਾੜੀਆਂ ਚੜ੍ਹੀਆਂ। ਬਰੇਵਡ ਦੀ ਡੈਜ਼ਰਟ, ਤੇ ਜਿਹੜਾ ਗਰਮ ਰੇਤਲਾ ਮਾਰੂਥਲ ਸੀ ਉਹਨੂੰ ਤੁਸੀਂ ਸਰ ਕੀਤਾ। ਮਤਲਬ ਕਿ ਬਰੇਵ ਮਤਲਬ ਕਿ ਉਹਦੀ ਜਿਹੜੀ ਔਂਕੜਾਂ ਭਰੀਆਂ ਸੀ ਉਹਨੂੰ ਤੁਸੀਂ ਬੜੀ ਬਹਾਦਰੀ ਨਾਲ ਪਾਰ ਕੀਤਾ। ਬਰੇਵ ਦਾ ਡੈਜ਼ਰਟ, ਉਹਦਾ ਮੁਕਾਬਲਾ ਕੀਤਾ। ਐਂਡ ਸਵਮ ਅਕ੍ਰੋਸ ਦੀ ਓਸ਼ਨ, ਅਤੇ ਤਰ ਕੇ ਤੁਸੀਂ ਸਮੁੰਦਰ ਵੀ ਪਾਰ ਕੀਤਾ। ਯੂ ਕੁਡ ਨੈਵਰ ਹੈਵ ਡਨ ਇਟ ਵਿਦਾਊਟ ਦੀ ਹੈਲਪ ਆਫ ਵਨ ਅਨਦਰ, ਇਹ ਸਭ ਤੁਸੀਂ ਇੱਕ ਦੂਜੇ ਦੀ ਮਦਦ ਤੋਂ ਬਿਨਾਂ ਕਦੀ ਵੀ ਨਹੀਂ ਕਰ ਸਕਦੇ ਸੀ। ਸੈਡ ਦੀ ਆਲ, ਉੱਲੂ ਨੇ ਕਿਹਾ। ਦੇ ਆਲ ਲੁਕਡ ਐਟ ਵਨ ਅਨਦਰ, ਉਹ ਸਾਰਿਆਂ ਨੇ ਇੱਕ ਦੂਜੇ ਵੱਲ ਦੇਖਿਆ। ਲੁਕਡ ਐਟ ਵਨ ਅਨਦਰ ਐਂਡ ਰੀਅਲਾਈਜ਼ਡ, ਅਤੇ ਮਹਿਸੂਸ ਕੀਤਾ ਅਤੇ ਸਮਝਿਆ, ਦੈਟ ਕਿ ਦੀ ਆਲ ਵਾਜ਼ ਰਾਈਟ, ਕਿ ਉੱਲੂ ਭਾਜੀ ਠੀਕ ਕਹਿ ਰਹੇ ਨੇ, ਕਿ ਉੱਲੂ ਤਾਂ ਠੀਕ ਸੀਗਾ। ਦੇ ਹੈਡ ਫਾਊਂਡ ਫਰੈਂਡਸ਼ਿਪ, ਉਹਨਾਂ ਨੇ ਦੋਸਤੀ ਲੱਭ ਲਈ ਸੀਗੀ। ਇੰਡੀਡ, ਵਾਕਈ, ਸੱਚੀ ਮੁੱਚੀ, ਇੰਡੀਡ ਦਾ ਉਹਨਾਂ ਨੇ ਵਾਕਈ, ਸੱਚੀ ਮੁੱਚੀ। ਦੇ ਹੈਡ ਫਾਊਂਡ ਦੀ ਗ੍ਰੇਟੈਸਟ ਟ੍ਰੈਜਰ ਐਵਰ, ਸੱਚੀ ਮੁੱਚੀ ਉਹਨਾਂ ਨੇ ਸਭ ਤੋਂ ਮਹਾਨ ਖਜ਼ਾਨਾ ਅੱਜ ਤੱਕ ਦਾ ਲੱਭ ਲਿਆ ਸੀ। ਸੋ ਇੱਥੇ ਬੱਚਿਓ ਬੜੀ ਵਧੀਆ ਕਹਾਣੀ ਸੀ ਜਾਨਵਰਾਂ ਨੂੰ ਲੈ ਕੇ, ਕਿ ਕਿੱਦਾਂ ਅਸੀਂ ਐਜ਼ ਅ ਟੀਮ ਏਕੇ ਵਿੱਚ, ਜਿੱਦਾਂ ਮਤਲਬ ਕਹਿੰਦੇ ਨਾ ਏਕੇ ਵਿੱਚ ਤਾਕਤ ਹੁੰਦੀ ਹੈ, ਤੇ ਹਰ ਬੰਦੇ ਕੋਲ ਕੋਈ ਨਾ ਕੋਈ ਖਾਸ ਖੂਬੀ ਹੁੰਦੀ ਹੈ, ਖਾਸ ਗੁਣ ਹੁੰਦਾ ਹੈ। ਤੇ ਜਦੋਂ ਅਸੀਂ ਰਲ ਮਿਲ ਕੇ ਰਹਿੰਦੇ ਹਾਂ, ਪਿਆਰ ਦੇ ਨਾਲ ਰਹਿੰਦੇ ਹਾਂ, ਇੱਕ ਦੂਜੇ ਦੀ ਮਦਦ ਕਰਦੇ ਹਾਂ, ਤੇ ਫਿਰ ਸਮਾਜ ਜਿਹੜਾ ਹੈ ਬੜੀ ਛੇਤੀ ਵਿਕਾਸ ਕਰਦਾ ਹੈ, ਤਰੱਕੀ ਕਰਦਾ ਹੈ। ਹਰ ਬੰਦਾ ਹਰ ਕੰਮ ਨਹੀਂ ਕਰ ਸਕਦਾ, ਕਿਸੇ ਵਿੱਚ ਕੋਈ ਲਿਆਕਤ ਹੁੰਦੀ ਹੈ, ਕਿਸੇ ਵਿੱਚ ਕੋਈ ਲਿਆਕਤ ਹੁੰਦੀ ਹੈ, ਕਿਸੇ ਵਿੱਚ ਕੋਈ ਲਿਆਕਤ ਹੁੰਦੀ ਹੈ। ਸੋ ਸਾਨੂੰ ਸਾਰਿਆਂ ਨੂੰ ਇਹਦਾ ਰਲ ਮਿਲ ਕੇ ਰਹਿਣ ਦੀ, ਜਿਹੜੀ ਦੋਸਤੀ ਨਾਲ, ਪਿਆਰ ਦੇ ਨਾਲ, ਇੱਕ ਦੂਜੇ ਦੇ ਨਾਲ ਮਦਦ ਕਰਕੇ ਬਤੌਰ ਟੀਮ ਦੇ ਤੌਰ 'ਤੇ ਰਹਿਣ ਦੀ ਸਾਨੂੰ ਪ੍ਰੇਰਨਾ ਇਸ ਕਹਾਣੀ ਤੋਂ ਮਿਲਦੀ ਹੈ। ਸੋ ਐਸੀ ਪਿਆਰੇ ਵਿਦਿਆਰਥੀਓ, ਇਸ ਕਹਾਣੀ ਦੀ ਰੀਡਿੰਗ ਅਤੇ ਟਰਾਂਸਲੇਸ਼ਨ ਤੇ ਤੁਸੀਂ ਇਸੇ ਤਰ੍ਹਾਂ ਮਨ ਲਾ ਕੇ ਨਿਰੰਤਰਤਾ ਦੇ ਨਾਲ, ਰੀਝ ਦੇ ਨਾਲ ਆਪਣੀ ਪੜ੍ਹਾਈ ਕਰੀ ਚਲੋ, ਤੇ ਆਉਣ ਵਾਲੇ ਵੀਡੀਓਜ਼ ਵਿੱਚ ਅਸੀਂ ਇਸ ਲੈਸਨ ਦੀਆਂ ਐਕਟੀਵਿਟੀਜ਼ ਜਿਹੜੀਆਂ ਨੇ ਉਹ ਸ਼ੁਰੂ ਕਰਾਂਗੇ। ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।